ਹੈਲੋ ਸਟੂਡੈਂਟਸ। ਤਾਂ ਪਿਛਲੀ ਵੀਡੀਓ 'ਚ ਆਪਾਂ ਪੜ੍ਹਿਆ ਸੀ ਬ੍ਰਿਟਿਸ਼ ਰੂਲ ਦੇ ਅੰਡਰ ਐਜੂਕੇਸ਼ਨ ਅੰਡਰ ਬ੍ਰਿਟਿਸ਼ ਰੂਲ ਦਾ ਫਸਟ ਪਾਰਟ, ਜਿਸ 'ਚ ਆਪਾਂ ਪੜ੍ਹਿਆ ਲਾਰਡ ਮੈਕਾਲੇ 1835 1813 ਦਾ ਚਾਰਟਰ ਐਕਟ ਪਹਿਲੀ ਵਾਰੀ, ਜਿਸ ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ 1 ਲੱਖ ਦੀ ਗ੍ਰਾਂਟ ਖਰਚ ਕਰਨ ਦੀ ਗੱਲ ਕੀਤੀ ਸੀ। ਫਿਰ ਜੇਮਸ ਥਾਮਸਨ ਨੇ IIT ਰੁੜਕੀ ਦੀ ਸਥਾਪਨਾ ਕੀਤੀ। ਤਾਂ ਹੁਣ ਆਪਾਂ ਪੜ੍ਹਾਂਗੇ ਅੱਜ ਵੁੱਡ ਡਿਸਪੈਚ। ਤਾਂ ਵੁੱਡ ਡਿਸਪੈਚ 1854 ਵੁੱਡ ਡਿਸਪੈਚ। ਔਰ ਇਸ ਟਾਈਮ ਭਾਰਤ ਦਾ ਗਵਰਨਰ ਜਨਰਲ ਸੀ ਡਲਹੌਜ਼ੀ, ਲਾਰਡ ਡਲਹੌਜ਼ੀ ਦੇ ਟਾਈਮ ਇਸ ਕਮਿਸ਼ਨ ਦੀ ਜਿਹੜੀ ਸਥਾਪਨਾ ਹੋਈ ਐਜੂਕੇਸ਼ਨ ਦੇ ਲਈ, ਔਰ ਇਸ ਨੂੰ ਮੈਗਨਾ ਕਾਰਟਾ ਆਫ ਇੰਗਲਿਸ਼ ਐਜੂਕੇਸ਼ਨ ਇਨ ਇੰਡੀਆ ਕਿਹਾ ਜਾਂਦਾ ਹੈ। ਵੁੱਡ ਡਿਸਪੈਚ ਨੂੰ ਜਿਹੜਾ ਹੈ ਭਾਰਤ ਦੇ ਵਿੱਚ ਇੰਗਲਿਸ਼ ਐਜੂਕੇਸ਼ਨ ਦਾ ਮੈਗਨਾ ਕਾਰਟਾ ਕਿਹਾ ਜਾਂਦਾ ਹੈ। ਮੈਗਨਾ ਕਾਰਟਾ ਦਾ ਮਤਲਬ ਹੁੰਦਾ ਹੈ ਅਧਿਕਾਰਿਕ ਰੂਪ ਦੇ ਵਿੱਚ ਜਿਹੜੀ ਹੈ ਸ਼ੁਰੂਆਤ ਹੋ ਜਾਣੀ। ਤਾਂ ਅਧਿਕਾਰਿਕ ਰੂਪ ਵਿੱਚ ਸ਼ੁਰੂਆਤ ਹੋ ਗਈ ਸੀ ਐਜੂਕੇਸ਼ਨ ਦੀ, ਕਿਉਂਕਿ ਵੁੱਡ ਡਿਸਪੈਚ ਫਸਟ ਜਿਹੜਾ ਕੀ ਸੀ ਕਮਿਸ਼ਨ ਸੀ, ਫਸਟ ਰਿਪੋਰਟ ਸੀ ਜਿਹੜੀ ਕਿ ਕਿਸ ਦੁਆਰਾ ਪਾਸ ਹੋਈ, ਬ੍ਰਿਟਿਸ਼ ਪਾਰਲੀਮੈਂਟ। ਤਾਂ ਇਹ ਫਸਟ ਰਿਪੋਰਟ ਸੀ ਐਜੂਕੇਸ਼ਨ ਦੇ ਉੱਪਰ, ਭਾਰਤ ਦੇ ਵਿੱਚ ਐਜੂਕੇਸ਼ਨ ਦੇ ਉੱਪਰ ਪਹਿਲੀ ਰਿਪੋਰਟ ਸੀ ਜਿਹੜੀ ਬ੍ਰਿਟਿਸ਼ ਪਾਰਲੀਮੈਂਟ ਦੇ ਦੁਆਰਾ ਪਾਸ ਕੀਤੀ ਗਈ। ਤਾਂ ਇਸ ਦੇ ਵਿੱਚ ਕਿਹੜੀਆਂ ਰਿਕਮੈਂਡੇਸ਼ਨ ਰੱਖੀਆਂ ਗਈਆਂ ਸੀ। ਤਾਂ ਪਹਿਲੀ ਰਿਕਮੈਂਡੇਸ਼ਨ ਦੀ ਗੱਲ ਕਰਦੇ ਹਾਂ। ਤਾਂ ਪਹਿਲੀ ਰਿਕਮੈਂਡੇਸ਼ਨ ਸੀ ਵੀ ਡਿਸਟ੍ਰਿਕਟ ਲੈਵਲ 'ਤੇ ਜਿਹੜਾ ਕੀ ਹੋਏਗਾ, ਸਕੂਲ ਹੋਏਗਾ। ਹਰੇਕ ਡਿਸਟ੍ਰਿਕਟ ਦੇ ਵਿੱਚ, ਐਵਰੀ ਡਿਸਟ੍ਰਿਕਟ ਦੇ ਵਿੱਚ ਕੀ ਹੋਏਗਾ, ਇੱਕ ਗਵਰਨਮੈਂਟ ਸਕੂਲ ਹੋਏਗਾ। ਗਵਰਨਮੈਂਟ ਸਕੂਲ ਦੀ ਗੱਲ ਕੀਤੀ ਗਈ। ਔਰ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ ਇਨ ਐਵਰੀ ਪ੍ਰੋਵਿੰਸ। ਤਾਂ ਪਹਿਲਾਂ ਗੱਲ ਕਰਦੀ ਹੈ ਗਵਰਨਮੈਂਟ, ਕਹਿੰਦੀ ਹੈ ਵੀ ਇਸ ਦੇ ਵਿੱਚ ਪ੍ਰੋਵੀਜ਼ਨ ਰੱਖੇਗੀ ਵੀ ਹਰੇਕ ਡਿਸਟ੍ਰਿਕਟ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਕੀ ਹੋਏਗਾ, ਇੱਕ ਗਵਰਨਮੈਂਟ ਸਕੂਲ ਹੋਏਗਾ। ਔਰ ਐਜੂਕੇਸ਼ਨ ਡਿਪਾਰਟਮੈਂਟ ਹੋਏਗਾ ਹਰੇਕ ਪ੍ਰੋਵਿੰਸ ਦੇ ਵਿੱਚ। ਇਹ ਰਿਕਮੈਂਡੇਸ਼ਨ ਦਿੱਤੀਆਂ ਵੁੱਡ ਡਿਸਪੈਚ ਨੇ। ਔਰ ਇਸ ਨੇ ਕਿਹਾ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਉਹ ਕਿਸ ਦੇ ਵਿੱਚ ਹੋਣੀ ਚਾਹੀਦੀ ਹੈ, ਵਰਨੈਕੂਲਰ ਲੈਂਗੁਏਜ ਵਿੱਚ, ਯਾਨੀ ਕਿ ਮਦਰ ਟੰਗ ਦੇ ਵਿੱਚ, ਲੋਕਲ ਲੈਂਗੁਏਜ ਵਿੱਚ। ਔਰ ਜਿਹੜੀ ਹਾਇਰ ਐਜੂਕੇਸ਼ਨ ਹੈ ਉਹ ਕਿਸ ਦੇ ਵਿੱਚ ਹੋਣੀ ਚਾਹੀਦੀ ਹੈ, ਇੰਗਲਿਸ਼। ਤਾਂ ਜਦੋਂ ਬੱਚਾ ਹਾਇਰ ਲੈਵਲ 'ਤੇ ਜਾਏ ਤਾਂ ਉਸ ਦੇ ਲਈ ਜਿਹੜਾ ਮੀਡੀਅਮ ਕੀ ਹੋਣਾ ਚਾਹੀਦਾ, ਇੰਗਲਿਸ਼ ਹੋਣਾ ਚਾਹੀਦਾ ਹੈ। ਪਰ ਪ੍ਰਾਇਮਰੀ ਲੈਵਲ 'ਤੇ ਉਸਨੇ ਗੱਲ ਕੀਤੀ ਵੀ ਵਰਨੈਕੂਲਰ ਲੈਂਗੁਏਜ ਯਾਨੀ ਕਿ ਮਦਰ ਟੰਗ ਦੇ ਵਿੱਚ ਹੀ ਉਸਨੂੰ ਐਜੂਕੇਸ਼ਨ ਦਿੱਤੀ ਜਾਏ। ਉਸ ਤੋਂ ਇਲਾਵਾ ਰਿਕਮੈਂਡੇਸ਼ਨ ਕੀਤੀ ਵੁੱਡ ਡਿਸਪੈਚ ਨੇ ਵੂਮਨ ਐਜੂਕੇਸ਼ਨ। ਤਾਂ ਇਸ ਨੇ ਕਿਹਾ ਫੋਕਸ ਕੀਤਾ ਜਾਏਗਾ ਕਿਸ ਦੇ ਉੱਪਰ, ਵੂਮਨ ਐਜੂਕੇਸ਼ਨ ਦੇ ਉੱਪਰ। ਔਰ ਯੂਨੀਵਰਸਿਟੀਜ਼ ਦੀ ਸਥਾਪਨਾ ਕੀਤੀ ਗਈ ਇਸ ਕਮਿਸ਼ਨ ਦੇ ਆਧਾਰ 'ਤੇ 1857 ਦੇ ਵਿੱਚ ਬੰਬੇ, ਮਦਰਾਸ ਔਰ ਕੈਲਕੱਟਾ। ਤਾਂ ਇਹਨਾਂ ਤਿੰਨਾਂ ਦੇ ਵਿੱਚ 1857 ਦੇ ਵਿੱਚ ਯੂਨੀਵਰਸਿਟੀਜ਼ ਬਣਾਈਆਂ ਗਈਆਂ। ਕਿਸ ਦੀ ਰਿਕਮੈਂਡੇਸ਼ਨ 'ਤੇ, ਵੁੱਡ ਡਿਸਪੈਚ ਦੀ। ਬੰਬੇ, ਮਦਰਾਸ ਔਰ ਕਲਕੱਤਾ ਬੜਾ ਇੰਪੋਰਟੈਂਟ ਕੁਐਸਚਨ ਹੈ। ਤਿੰਨੋਂ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ ਸੀ, 1857। ਕਿਸ ਦੀ ਰਿਕਮੈਂਡੇਸ਼ਨ 'ਤੇ, ਵੁੱਡ ਡਿਸਪੈਚ ਦੀ। ਔਰ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਜਿਸ ਦੀ ਸਥਾਪਨਾ 1882 'ਚ ਹੋਈ ਸੀ, ਔਰ ਇਲਾਹਾਬਾਦ ਯੂਨੀਵਰਸਿਟੀ ਜਿਸ ਦੀ ਸਥਾਪਨਾ ਹੋਈ 1887 ਦੇ ਵਿੱਚ। ਤਾਂ ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ ਵੀ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ ਸੀ, 1882, ਔਰ ਇਲਾਹਾਬਾਦ ਦੀ 1887 ਦੇ ਵਿੱਚ। ਤਾਂ ਵੁੱਡ ਡਿਸਪੈਚ ਨੇ ਜਿਹੜਾ ਕੀ ਫੋਕਸ ਕੀਤਾ, ਇੱਕ ਤਾਂ ਐਵਰੀ ਪ੍ਰੋਵਿੰਸ ਦੇ ਵਿੱਚ ਕੀ ਹੋਏਗਾ, ਐਜੂਕੇਸ਼ਨ ਡਿਪਾਰਟਮੈਂਟ ਹੋਏਗਾ। ਹਰ ਡਿਸਟ੍ਰਿਕਟ ਦੇ ਵਿੱਚ ਕੀ ਹੋਏਗਾ, ਗਵਰਨਮੈਂਟ ਸਕੂਲ ਹੋਏਗਾ। ਇਹ ਰਿਕਮੈਂਡੇਸ਼ਨ ਦਿੱਤੀਆਂ। ਪ੍ਰਾਇਮਰੀ ਐਜੂਕੇਸ਼ਨ ਜਿਹੜੀ ਉਹ ਵਰਨੈਕੂਲਰ ਮਦਰ ਟੰਗ ਦੇ ਵਿੱਚ ਹੋਏਗੀ, ਔਰ ਹਾਇਰ ਐਜੂਕੇਸ਼ਨ ਇੰਗਲਿਸ਼ ਮੀਡੀਅਮ ਵਿੱਚ ਦਿੱਤੀ ਜਾਏਗੀ। ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ ਜਿਹੜੀ ਕਿ ਬਾਅਦ ਵਿੱਚ ਕੀਤੀ ਗਈ ਬੰਬੇ, ਮਦਰਾਸ ਔਰ ਕਲਕੱਤਾ 1857 ਦੇ ਵਿੱਚ। ਔਰ ਵੂਮਨ ਐਜੂਕੇਸ਼ਨ ਦੇ ਉੱਪਰ ਜਿਹੜਾ ਫੋਕਸ ਕੀਤਾ ਗਿਆ। ਇਸ ਨੂੰ ਭਾਰਤੀ ਐਜੂਕੇਸ਼ਨ, ਇੰਗਲਿਸ਼ ਐਜੂਕੇਸ਼ਨ ਦਾ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਹੈ, ਕਿਉਂਕਿ ਪਹਿਲੀ ਵਾਰੀ ਬ੍ਰਿਟਿਸ਼ ਪਾਰਲੀਮੈਂਟ ਦੇ ਦੁਆਰਾ ਇਹ ਰਿਪੋਰਟ ਜਿਹੜੀ ਆ ਉਹ ਪਾਸ ਕੀਤੀ ਗਈ ਸੀ। ਹਾਂਜੀ, ਨੈਕਸਟ ਹੈ ਵੁੱਡ ਡਿਸਪੈਚ ਤੋਂ ਬਾਅਦ ਅਗਲਾ ਜਿਹੜਾ ਕਮਿਸ਼ਨ ਹੈ ਵੁੱਡ ਡਿਸਪੈਚ ਨੂੰ ਰਿਵਿਊ ਕਰਨ ਵਾਸਤੇ
कमीशन बिठाया गया एक इंग्लिश गवर्नमेंट के टाइम दे विच, और उस कमीशन का नाम की सी? हंटर कमीशन। हंटर कमीशन 1882, और उस टाइम गवर्नर जनरल है सी लॉर्ड रिपिन। तो लॉर्ड रिपिन के टाइम जिहड़ा वो हंटर कमीशन आया, तो हंटर कमीशन ने रिव्यू करना सी किसनूं? वुड डिस्पैच नूं 1854 वुड डिस्पैच। तो इसनूं रिव्यू करने वास्ते भी जिहड़ियां रिकमेंडेशन वुड ने दित्तियां सी, वुड डिस्पैच ने दित्तियां सी, वो की सही सी या उस दे विच कोई कमियां रह गई तो उन्होंने दूर किया जाए। तो इस दे विच इस हायर कमीशन जिहड़ा हंटर कमीशन है, इसनूं क्या गया तुसी सिर्फ किस दी गल करनी है? प्राइमरी एंड सैकेंडरी एजुकेशन की। सिर्फ ओनली इसनूं क्या गया भी तुसी प्राइमरी और सैकेंडरी एजुकेशन के बारे अपनी जिहड़ी है रिपोर्ट देनी है, अपने विचार देने ने, अपनियां रिकमेंडेशन देनियां ने प्राइमरी और सैकेंडरी। तो इसने भी वुड डिस्पैच वाली गल की, प्राइमरी लैवल ते सेम मदर टंग होनी चाहिए है, और एक गल होर की इसने, क्योंकि लॉर्ड रिपिन ने जिहड़े इन्होंने की स्थापित किया सी? लोकल सैल्फ गवर्नमेंट। आप गवर्नर जनरल वाले टॉपिक पढ़िया होया बच्चों, लोकल सैल्फ गवर्नमेंट की पहली बारी स्थापना किस दे टाइम में हुई सी? लॉर्ड रिपिन के टाइम में। और भारत दे विच पहली बारी जनगणना भी जिहड़ी लॉर्ड रिपिन के टाइम हुई सी। हाँ जी, तो लोकल सैल्फ गवर्नमेंट। तो प्राइमरी जिहड़ा कंट्रोल है, कंट्रोल प्राइमरी एजुकेशन का जिहड़ा वो किस नूं दिता जाए? लोकल बॉडीज़ नूं, यानी कि मुनसिपैलिटीज़ नूं, लोकल बॉडी के जिहड़े मुनसिपल पार्टीज़ बनिया हुई ने, तो उन्होंने जिहड़ा है लोकल बॉडी ते कंट्रोल दिता जाए किसदा? प्राइमरी एजुकेशन का, और मदर टंग दे विच जिहड़ी है प्राइमरी एजुकेशन दिती जाए। लोकल सेल्फ गवर्नमेंट का कॉन्सैप्ट कौन लैके आया सी? लॉर्ड रिपिन। यानी कि लोकल बॉडीज़ और डिस्ट्रिक्ट बॉडीज़, तो ये जिहड़ियां ने प्राइमरी एजुकेशन को संभालणगियां, उसनूं कंट्रोल करनगियां। तो हुण गल करते हैं सैकेंडरी एजुकेशन के बारे। तो सैकेंडरी एजुकेशन के बारे की क्या? तो सैकेंडरी एजुकेशन के विच दो लैवल रखे गए। बच्चा जो प्राइमरी नूं पास आउट कर जाएगा, तो सैकेंडरी लैवल के विच उस कोल दो ऑप्शनस होणगियां, 2 ऑप्शनस। अगर तो लिटरेरी फील्ड में जाना चाहता है, लिटरेरी रख के वो कित्थे चला जाएगा? यूनीवर्सिटी में जाना चाहता है तो वो लिटरेरी वाली ऑप्शन लै सकता है। अगर वो यूनीवर्सिटी में अगे होर जाके पढ़ना चाहता है सैकेंडरी लैवल तो बाद, तो अगर वो कोई दूसरी ऑप्शन है उसको वोकेशनल, यानी कि वो अपना कोई कैरियर बनाना चाहता है, अपना कोई बिजनेस शुरू करना चाहता है, कोई होर काम करना चाहता है, तो वो दूसरी ऑप्शन लै सकता है वोकेशनल वाली। तो यानी कि प्राइमरी पास आउट करने तो बाद सैकेंडरी लैवल के जाके उसको दो ऑप्शन होंगियां, 2 ऑप्शनस। लिटरेरी, तो लिटरेरी रख के लिटरेरी फील्ड, लिटरेरी ऑप्शन में चूज़ कर सकता है अगर उसने यूनीवर्सिटी पढ़न जाना है। अगर उसने कोई आपदा बिजनेस करना है, कमर्शियल कैरियर खड़ा करना है, तो वह वोकेशनल वाली ऑप्शन में लै सकता है। ये ऑप्शन दित्तियां गई, 2 रिकमेंडेशन की गई किस द्वारा? हंटर कमीशन द्वारा। स्पैशल फोकस, अगली रिकमेंडेशन इसने दी स्पैशल फोकस ऑन वोमेन एजुकेशन। भी वोमेन्स जिहड़ी गल वुड डिस्पैच ने की सी वोमेन एजुकेशन की, उस तरह ही इसने भी क्या भी खास फोकस किया जाना है वोमेन एजुकेशन के उपर। भी जड़ियाँ कमियां पिछे रह गई वुड डिस्पैच के तो होन दूर कर लिया जान, वोमेन एजुकेशन के उपर भी ज़्यादा ध्यान दिता जाए। और एक बड़ी इंपॉर्टेंट गल इसने कही, ग्रांट इन एड्स, यानी कि हुण ऑप्शंस खोल दी इसने ग्रांट लई। यानी कि ग्रांट कोई भी प्राइवेट व्यक्ति जिहड़ा वो स्कूलों नूं ग्रांट देगा
ਤਾਂ ਆਪਸ਼ਨਸ ਬਣ ਗਈਆਂ ਕਾफ़ी ज़्यादा। ਹੁਣ ਜਿਹੜੇ ਗ੍ਰਾਂਟਸ ਆਉਣਗੀਆਂ, ਫੰਡਸ ਆਉਣਗੇ, ਤਾਂ ਉਸ ਫੰਡਸ ਦੇ ਨਾਲ ਵੀ ਜਿਹੜਾ ਸਕੂਲਸ ਨੇ, ਪ੍ਰਾਈਵੇਟ ਸਕੂਲਸ ਵੀ ਜਿਹੜੇ ਨੇ ਉਹ ਓਪਨ ਕੀਤੇ ਜਾਣਗੇ। ਤਾਂ ਇਹ ਗ੍ਰਾਂਟਸ ਇਨ ਏਡਸ ਦੀ ਆਪਸ਼ਨ ਆਉਣ ਤੋਂ ਬਾਅਦ ਕਾफ़ी ज़्यादा ਜਿਹੜੇ ਸਕੂਲ ਉਹ ਖੋਲ੍ਹੇ ਗਏ ਭਾਰਤ ਵਿੱਚ, ਜਿਸ ਦੇ ਨਾਲ ਗ੍ਰਾਂਟਸ ਆਈਆਂ, ਫੰਡ ਆਏ, ਔਰ ਭਾਰਤ ਦੇ ਵਿੱਚ ਬੱਚਿਆਂ ਨੂੰ ਜਿਹੜਾ ਉਹ ਐਜੂਕੇਸ਼ਨ ਦੇ ਲਈ ਕਾफ़ी ज़्यादा ਜਿਹੜੀਆਂ ਆਪਸ਼ਨਸ ਬਣ ਗਈਆਂ, ਇਹ ਰਸਤੇ ਉਹਨਾਂ ਲਈ ਖੁੱਲ੍ਹ ਗਏ ਗ੍ਰਾਂਟਸ ਇਨ ਏਡਸ ਨਾਲ। ਤਾਂ ਹੰਟਰ ਕਮਿਸ਼ਨ ਜਿਹੜਾ ਕਿ 1882 'ਚ ਆਇਆ, ਫਸਟ ਇੰਡੀਅਨ ਐਜੂਕੇਸ਼ਨ ਕਮਿਸ਼ਨ ਕਿਹਾ ਜਾਂਦਾ ਇਸ ਨੂੰ। ਫਸਟ ਇੰਡੀਅਨ ਐਜੂਕੇਸ਼ਨ ਕਮਿਸ਼ਨ। ਔਰ ਉਸ ਟਾਈਮ ਗਵਰਨਰ ਜਨਰਲ ਸੀ ਲਾਰਡ ਰਿਪਿਨ। ਤਾਂ ਰਿਵਿਊ ਕਿਹੜੇ ਕਮਿਸ਼ਨ ਨੂੰ ਕਰਨਾ ਸੀ ਇਸਨੇ? ਵੁੱਡ ਡਿਸਪੈਚ ਨੂੰ। ਤਾਂ ਇਸਨੇ ਕਿਹਾ ਪ੍ਰਾਇਮਰੀ ਔਰ ਸੈਕੰਡਰੀ ਦੋ ਲੈਵਲ 'ਤੇ ਸਿਰਫ ਇਹਨਾਂ ਨੇ ਰਿਕਮੈਂਡੇਸ਼ਨ ਦੇਣੀ ਸੀ। ਵਰਨੈਕੂਲਰ ਐਜੂਕੇਸ਼ਨ ਦੀ ਗੱਲ ਕੀਤੀ ਇਹਨਾਂ ਨੇ ਪ੍ਰਾਇਮਰੀ ਲੈਵਲ 'ਤੇ। ਕੰਟਰੋਲ ਜਿਹੜਾ ਉਹ ਕਿਸ ਨੂੰ ਦੇਣ ਦੀ ਗੱਲ ਕੀਤੀ? ਲੋਕਲ ਬੋਡੀਜ਼, ਮੁਨਸਿਪੈਲਿਟੀਜ਼ ਨੂੰ, ਡਿਸਟ੍ਰਿਕਟ ਲੈਵਲ ਨੂੰ। ਸੈਕੰਡਰੀ 'ਤੇ ਦੋ ਆਪਸ਼ਨਸ ਦਿੱਤੀਆਂ ਗਈਆਂ, ਵੋਕੇਸ਼ਨਲ ਔਰ ਲਿਟਰੇਰੀ। ਔਰ ਸਪੈਸ਼ਲ ਫੋਕਸ ਕਿਆ ਇਹਨਾਂ ਨੇ ਵੀ ਕਿੰਦੇ ਕਰਨਾ ਪਏਗਾ ਆਪਾਂ ਨੂੰ? ਵੂਮਨ ਐਜੂਕੇਸ਼ਨ ਦੇ ਉੱਪਰ। ਔਰ ਗ੍ਰਾਂਟਸ ਇਨ ਏਡ, ਗ੍ਰਾਂਟਸ ਆਉਣ ਦੇ ਨਾਲ ਜਿਹੜੇ ਆਪਸ਼ਨਸ ਖੁੱਲ੍ਹ ਗਈਆਂ, ਸਕੂਲਾਂ ਨੂੰ ਫੰਡ ਮਿਲਣ ਲੱਗ ਗਏ। ਤਾਂ ਪ੍ਰਾਈਵੇਟ ਸਕੂਲ ਵੀ ਜਿਹੜੇ ਨੇ ਹੋਰ ਜ਼ਿਆਦਾ ਓਪਨਲੀ ਹੋਣ ਲੱਗ ਗਏ, ਔਰ ਬੱਚਿਆਂ ਲਈ ਆਪਸ਼ਨਸ ਆ ਗਈਆਂ ਹੁਣ ਸਕੂਲ ਦੀਆਂ। ਤਾਂ ਧੀਰੇ ਧੀਰੇ ਜਿਹੜਾ ਉਹ ਆਪਾਂ ਦੇਖ ਰਹੇ ਹਾਂ ਵੀ ਇੰਗਲਿਸ਼ ਗਵਰਨਮੈਂਟ, ਇੰਗਲਿਸ਼ ਜਿਹੜੇ ਟਾਈਮ ਸੀ, ਬ੍ਰਿਟਿਸ਼ ਗਵਰਨਮੈਂਟ ਦਾ ਟਾਈਮ ਸੀ, ਤਾਂ ਉਸ ਦੇ ਵਿੱਚ ਐਜੂਕੇਸ਼ਨ ਹੌਲੀ ਹੌਲੀ ਜਿਹੜਾ ਉਹ ਅੱਗੇ ਵੱਧ ਰਹੀ ਸੀ। ਤਾਂ ਹੁਣ ਅਗਲੀ ਵੀਡੀਓ 'ਚ ਆਪਾਂ ਪੜ੍ਹਾਂਗੇ ਬੱਚੋ ਨੈਕਸਟ ਜਿਹੜਾ ਐਕਟ ਲੈ ਕੇ ਆਈ ਗਵਰਨਮੈਂਟ, ਯੂਨੀਵਰਸਿਟੀ ਕਮਿਸ਼ਨ ਲੈ ਕੇ ਆਈ 1902 ਦੇ ਵਿੱਚ, ਫਿਰ ਸੈਂਡਲਰ 1917, ਫਿਰ ਹਟੋਗ 1929, ਬੇਸਿਕ ਐਜੂਕੇਸ਼ਨ ਮਹਾਤਮਾ ਗਾਂਧੀ ਨੇ ਦਿੱਤੀ ਸੀ 1937, ਔਰ ਲਾਸਟ ਸਾਰਜਨ ਰਿਪੋਰਟ ਸੀ 1944 ਵਿੱਚ। ਠੀਕ ਹੈ ਬੱਚੋ, ਤਾਂ ਵੱਧ ਤੋਂ ਵੱਧ ਵੀਡੀਓਜ਼ ਨੂੰ ਲਾਈਕ ਕਰੋ, ਸ਼ੇਅਰ ਕਰੋ, ਔਰ ਮੈਕਸਿਮਮ ਸਟੂਡੈਂਟਸ ਤੱਕ ਪਹੁੰਚਾਓ। ਓਕੇ, ਥੈਂਕ ਯੂ। ਮਿਲਾਂਗੇ ਅਗਲੀ ਵੀਡੀਓ 'ਚ।